ਮੈਨੂੰ ਲੱਗਦਾ ਹੈ ਕਿ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਦਰਸ਼ਕ ਆਪਣੀ ਰਜਿਸਟਰੀ ਖੁਦ ਪੜ੍ਹਨੀ ਸ਼ੁਰੂ ਕਰ ਦੇਣਗੇ। ਉਜਰ ਸ਼ਬਦ ਹੈ ਜੀ, ਉਜਰ ਸ਼ਬਦ ਨੂੰ ਕਿੰਨਾ ਅਰਥਾਂ ਦੇ ਵਿੱਚ ਲੈਣਾ ਚਾਹੀਦਾ? ਉਜਰ ਦਾ ਪੰਜਾਬੀ ਤਰਜਮਾ ਹੈ ਇਤਰਾਜ਼। ਕਿਸੇ ਚੀਜ਼ ਤੇ ਇਤਰਾਜ਼ ਕਰਨਾ ਹੋਵੇ ਤਾਂ ਉਹਨੂੰ ਉਰਦੂ ਜਾਂ ਫਾਰਸੀ ਭਾਸ਼ਾ ਵਿੱਚ ਉਜਰ ਲਿਖਿਆ ਜਾਂਦਾ ਸੀ। ਤੇ ਨਾਲੇ ਅਲਵਰ ਸਾਹਿਬ, ਉਜਰਤ ਸ਼ਬਦ ਦਾ ਉਜਰਤ ਹੈ ਫੀਸ। ਅਲਵਰ ਸਾਹਿਬ, ਇੱਕ ਸ਼ਬਦ ਆਉਂਦਾ ਹੈ ਅਹਿਲਦਾਰ। ਅਹਿਲਦਾਰ ਮਹਿਕਮਾ ਮਾਲ 'ਚ ਜੋ ਕਰਮਚਾਰੀ ਕੰਮ ਕਰਦੇ ਆ, ਪਟਵਾਰੀ ਤੋਂ ਲੈ ਕੇ ਸਹਾਇਕ ਤੱਕ। ਤੇ ਨਾਲ ਹੀ ਇੱਕ ਸ਼ਬਦ ਆ ਜਾਂਦਾ ਜੀ ਇਤਫਾਕੀਆ, ਤੇ ਉਹਦੇ ਨਾਲ ਹੀ ਜੁੜਦਾ ਸ਼ਬਦ ਹੈ ਇਵਜਾਨਾ। ਇਵਜਾਨਾ ਦਾ ਮਤਲਬ ਕੀ? ਜੋ ਅਚਾਨਕ ਕੋਈ ਕੰਮ ਹੋ ਗਿਆ ਉਹਨੂੰ ਇਤਫਾਕੀਆ ਕਹਿੰਦੇ ਆ। ਇਵਜ਼ਾਨਾ ਹੁੰਦਾ ਮੁਆਵਜ਼ਾ ਜੀ। ਤੇ ਇੱਕ ਮਾਲੀ ਸਾਲ ਹੁੰਦਾ ਹੈ ਜੀ, ਇੱਕ ਜ਼ਰਾਇਤੀ ਸਾਲ ਹੁੰਦਾ ਹੈ। ਇਹਨਾਂ ਦੋਵਾਂ ਦੇ ਵਿੱਚ ਕਿੰਨਾ ਫਰਕ ਹੈ? ਮਾਲੀ ਸਾਲ ਹਿੰਦੁਸਤਾਨ ਦੇ ਵਿੱਚ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ। ਤੇ ਅਲਵਰ ਸਾਹਿਬ, ਇੱਕ ਸ਼ਬਦ ਹੋਰ ਆ, ਬੜਾ ਟਿਪੀਕਲ ਜਿਹਾ ਸ਼ਬਦ ਆ, ਉਹ ਹੈ ਸ਼ਜਰਾ ਕਸ਼ਤਵਾਰ ਤੇ ਸ਼ਜਰਾ ਨਸਲ। ਸੱਜਰਾ ਕਸ਼ਤਵਾਰ, ਇਹ ਜਿਹੜੀ ਸਾਡੇ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਹਰ ਇੱਕ ਪਿੰਡ ਦੀ ਮੁਸਾਵੀ ਬਣੀ ਹੋਈ। ਇੱਕ ਹਜ਼ਬ ਜ਼ਾਬਤਾ, ਇਹ ਸ਼ਬਦ ਬਾਰੇ ਵੀ ਤੁਸੀਂ ਜ਼ਰੂਰ ਦੱਸ ਦਿਓ ਜੀ, ਬੜਾ ਅਜੀਬ ਜਿਹਾ ਸ਼ਬਦ। ਹਸਬ ਜ਼ਾਬਤਾ ਹੁੰਦਾ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਨਾ। ਸਤਿ ਸ਼੍ਰੀ ਅਕਾਲ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਤੇ ਲੈ ਕੇ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਦੇ ਹਾਂ। ਮੁੱਦੇ ਜੁੜੇ ਹੁੰਦੇ ਨੇ ਜ਼ਮੀਨ ਜਾਇਦਾਦ ਦੇ ਮਸਲਿਆਂ ਦੇ ਨਾਲ। ਸੋ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ, ਵੱਖ-ਵੱਖ ਮੁੱਦਿਆਂ ਦੇ ਉੱਤੇ ਜਾਣਕਾਰੀ ਦਿੰਦੇ ਨੇ, ਵੱਖ-ਵੱਖ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਰਿਟਾਇਰਡ ਨਾਇਬ ਤਹਿਸੀਲਦਾਰ ਗੁਰਪ੍ਰਤਾਪ ਸਿੰਘ ਆਹਲੂਵਾਲੀਆ ਸਾਹਿਬ ਅੱਜ ਵੀ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਆਹਲੂਵਾਲੀਆ ਸਾਹਿਬ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। D5 ਚੈਨਲ ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਕਰਦਾ। ਆਹਲੂਵਾਲੀਆ ਸਾਹਿਬ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਅਜਿਹੇ ਸ਼ਬਦਾਂ ਦੇ ਉੱਤੇ ਚਰਚਾ ਕਰਾਂਗੇ ਜੋ ਵਸੀਅਤ ਦੇ ਵਿੱਚ ਲਿਖੀਆਂ ਜਾਂਦੇ ਨੇ, ਤੇ ਜਾਂ ਫਿਰ ਜਦੋਂ ਰਜਿਸਟਰੀ ਕਰਾਉਣੇ ਆ, ਫਰਦ ਲੈਣ ਜਾਂਦੇ ਆ, ਤਾਂ ਉਹਦੇ ਵਿੱਚ ਕਾਫੀ ਅਜਿਹੇ ਸ਼ਬਦ ਹੁੰਦੇ ਨੇ ਜਿਹੜੇ ਸਾਨੂੰ ਪਤਾ ਹੀ ਨਹੀਂ ਹੁੰਦੇ। ਸੋ ਮੈਨੂੰ ਲੱਗਦਾ ਹੈ ਕਿ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਦਰਸ਼ਕ ਆਪਣੀ ਰਜਿਸਟਰੀ ਖੁਦ ਪੜ੍ਹਨੀ ਸ਼ੁਰੂ ਕਰ ਦੇਣਗੇ। ਸੋ ਜ਼ਿਕਰ ਕਰਦੇ ਹਾਂ ਜੀ, ਜਿਹੜੇ ਸ਼ਬਦ ਹੁੰਦੇ ਨੇ ਬੜੇ ਅਜੀਬ ਹੁੰਦੇ ਨੇ, ਉਰਦੂ ਫਾਰਸੀ ਦੇ ਸ਼ਬਦ ਹੁੰਦੇ ਨੇ, ਤੇ ਜਿਹੜੇ ਅਸੀਂ ਪੰਜਾਬੀ ਲੋਕ ਹਾਂ ਸਾਡੇ ਪੱਲੇ ਘੱਟ ਹੀ ਪੈਂਦੇ ਨੇ। ਸੋ ਆਹਲੂਵਾਲੀਆ ਸਾਹਿਬ, ਸ਼ਬਦ ਇੱਕ ਇੱਕ ਕਰਕੇ ਅਸੀਂ ਐਕਸਪਲੇਨ ਕਰਦੇ ਜਾਵਾਂਗੇ ਜੀ। ਤੁਹਾਡੇ ਤੋਂ ਮੈਂ ਪੁੱਛਦਾ ਜਾਵਾਂਗਾ। ਸ਼ੁਰੂਆਤ ਕਰਦੇ ਹਾਂ ਜੀ ਊੜੇ ਤੋਂ ਹੀ। ਉਜਰ ਸ਼ਬਦ ਹੈ ਜੀ, ਉਜਰ ਸ਼ਬਦ ਨੂੰ ਕਿੰਨਾ ਅਰਥਾਂ ਦੇ ਵਿੱਚ ਲੈਣਾ ਚਾਹੀਦਾ? ਉਜਰ ਦਾ ਪੰਜਾਬੀ ਤਰਜਮਾ ਹੈ ਇਤਰਾਜ਼। ਕਿਸੇ ਚੀਜ਼ ਤੇ ਇਤਰਾਜ਼ ਕਰਨਾ ਹੋਵੇ ਤਾਂ ਉਹਨੂੰ ਉਰਦੂ ਜਾਂ ਫਾਰਸੀ ਭਾਸ਼ਾ ਵਿੱਚ ਉਜਰ ਲਿਖਿਆ ਜਾਂਦਾ ਸੀ। ਤੇ ਨਾਲੇ ਅਲਵਰ ਸਾਹਿਬ, ਉਜਰਤ ਸ਼ਬਦ ਦਾ ਕੀ ਅਰਥ ਹੈ? ਉਜਰਤ ਹੈ ਫੀਸ। ਜੋ ਕਿਸੇ ਡਾਕੂਮੈਂਟ ਨੂੰ ਲਿਖਣ ਵਾਸਤੇ ਵਸੀਕਾ ਨਵੀਸ ਫੀਸ ਲੈਂਦੇ ਆ, ਜਾਂ ਰਿਕਾਰਡ ਮਾਲ 'ਚੋਂ ਨਕਲ ਜਾਰੀ ਕਰਨ ਵਾਸਤੇ ਜੋ ਫੀਸ ਲੱਗਦੀ ਹੈ ਜੀ, ਉਹਨੂੰ ਉਜਰਤ ਕਹਿੰਦੇ ਆ। ਇਸ ਦਾ ਪੰਜਾਬੀ ਮਤਲਬ ਹੈ ਫੀਸ ਜੀ। ਆਹਲੂਵਾਲੀਆ ਸਾਹਿਬ, ਇੱਕ ਸ਼ਬਦ ਆਉਂਦਾ ਹੈ ਅਹਿਲਦਾਰ। ਅਹਿਲਦਾਰ ਮਹਿਕਮਾ ਮਾਲ 'ਚ ਜੋ ਕਰਮਚਾਰੀ ਕੰਮ ਕਰਦੇ ਆ, ਪਟਵਾਰੀ ਤੋਂ ਲੈ ਕੇ ਸਹਾਇਕ ਤੱਕ, ਦਫ਼ਤਰ 'ਚ ਜਾਂ ਫੀਲਡ 'ਚ, ਉਹਨਾਂ ਨੂੰ ਅਹਿਲਦਾਰ ਕਿਹਾ ਜਾਂਦਾ ਸੀ। ਹੁਣ ਇਸ ਦਾ ਮਤਲਬ ਪੰਜਾਬੀ 'ਚ ਮਤਲਬ ਹੈ ਕਰਮਚਾਰੀ ਜੀ। ਤੇ ਨਾਲ ਹੀ ਅਖਰਾਜ ਸ਼ਬਦ ਵੀ ਦੱਸ ਦਿਓ। ਅਖਰਾਜ ਸ਼ਬਦ ਹੁੰਦਾ? ਅਖਰਾਜ ਹੁੰਦਾ ਕਿਸੇ ਚੀਜ਼ ਨੂੰ ਖਾਰਜ ਕਰ ਦੇਣਾ ਜੀ। ਠੀਕ ਹੈ, ਜਿਵੇਂ ਇੰਤਕਾਲ ਦਰਜ ਹੋਇਆ, ਨਹੀਂ ਤਸਦੀਕ ਹੋ ਗਿਆ, ਪਾਰਟੀਆਂ ਹਾਜ਼ਰ ਨਹੀਂ ਆਈਆਂ ਜਾਂ ਉਹਨਾਂ ਨੇ ਫੀਸ ਨਹੀਂ ਭਰੀ, ਤਾਂ ਉਹ ਤਹਿਸੀਲਦਾਰ ਉਸ ਨੂੰ ਜਾਂ ਰੈਵਨਿਊ ਅਫਸਰ ਉਸ ਨੂੰ ਖਾਰਜ ਕਰ ਦਿੰਦੇ ਆ। ਪਹਿਲਾਂ ਉਹਨੂੰ ਅਖਰਾਜ ਲਿਖਿਆ ਜਾਂਦਾ ਸੀ, ਹੁਣ ਪੰਜਾਬੀ ਦਾ ਤਰਜਮਾ ਹੈ ਉਹਦਾ ਖਾਰਜ ਕਰਨਾ। ਜੀ। ਤੇ ਨਾਲ ਹੀ ਇੱਕ ਸ਼ਬਦ ਆ ਜਾਂਦਾ ਜੀ ਇਤਫਾਕੀਆ,
ਤੇ ਉਹਦੇ ਨਾਲ ਹੀ ਜੁੜਦਾ ਸ਼ਬਦ ਆ ਇਵਜਾਨਾ। ਇਵਜਾਨਾ ਦਾ ਮਤਲਬ ਕੀ ਹੁੰਦਾ ਜੀ? ਇਤਫਾਕੀਆ ਹੋ ਗਿਆ ਅਚਨਚੇਤ, ਜੋ ਅਚਾਨਕ ਕੋਈ ਕੰਮ ਹੋ ਗਿਆ ਉਹਨੂੰ ਇਤਫਾਕੀਆ ਕਹਿੰਦੇ ਆ। ਇਵਜ਼ਾਨਾ ਹੁੰਦਾ ਮੁਆਵਜ਼ਾ। ਜੀ। ਜਦੋਂ ਕਿਸੇ ਦੀ ਕੋਈ ਜ਼ਮੀਨ ਅਕਵਾਇਰ ਹੁੰਦੀ ਹੈ, ਉਹਦੇ ਉਸ 'ਚ ਜੋ ਪੈਸੇ ਉਹਨੂੰ ਮਿਲਦੇ ਆ ਉਹਨੂੰ ਅਸੀਂ ਅੱਜ ਕੱਲ੍ਹ ਮੁਆਵਜ਼ਾ ਕਹਿੰਦੇ ਹਾਂ। ਪਹਿਲਾਂ ਇਹ ਸ਼ਬਦ ਇਵਜ਼ਾਨਾ ਵਰਤਿਆ ਜਾਂਦਾ ਸੀ। ਜੀ ਬਿਲਕੁਲ ਜੀ। ਜਿਹੜੇ ਸ਼ਬਦ ਨੇ ਉਹ ਰਜਿਸਟਰੀ ਦੇ ਵਿੱਚ ਵੀ ਲਿਖੇ ਹੁੰਦੇ ਨੇ, ਜੇਕਰ ਅਸੀਂ ਕੋਈ ਬਿਆਨਾ ਕਰਦੇ ਹਾਂ ਉਹਦੇ ਵਿੱਚ ਵੀ ਲਿਖੇ ਹੁੰਦੇ ਨੇ, ਵਸੀਅਤ ਦੇ ਵਿੱਚ ਵੀ ਇਹ ਸ਼ਬਦ ਲਿਖੇ ਹੁੰਦੇ ਨੇ, ਸਾਨੂੰ ਪਤਾ ਹੀ ਨਹੀਂ ਹੁੰਦੇ। ਸੋ ਉਹਦੇ ਉੱਤੇ ਅੱਜ ਅਸੀਂ ਚਰਚਾ ਕਰ ਰਹੇ ਹਾਂ। ਸਪੈਸ਼ਲੀ ਇਹ ਜਿਹੜਾ ਐਪੀਸੋਡ ਆ ਇਸੇ ਕਰਕੇ ਰੱਖਿਆ ਜਾਂਦਾ ਹੈ ਕਿ ਤੁਸੀਂ ਘਰ ਬੈਠੇ ਆਪਣੀ ਰਜਿਸਟਰੀ ਪੜ੍ਹ ਲਓ, ਆਪਣੀ ਫਰਦ ਪੜ੍ਹ ਲਓ, ਆਪਣੀ ਵਸੀਅਤ ਪੜ੍ਹ ਲਓ, ਕਿਸੇ ਦੀ ਤੁਹਾਨੂੰ ਜ਼ਰੂਰਤ ਹੀ ਨਾ ਪਵੇ। ਸੋ ਇੱਕ ਸ਼ਬਦ ਆਉਂਦਾ ਜੀ ਇਜ਼ਹਾਰੇ ਹੱਕ। ਹਾਂ, ਇਜ਼ਹਾਰੇ ਹੱਕ, ਕਿਸੇ ਚੀਜ਼ ਨੂੰ ਇਜ਼ਹਾਰ ਕਰਨਾ, ਇਹ ਤਾਂ ਤੁਸੀਂ ਸਮਝਦੇ ਹੋ। ਜੀ ਜੀ। ਇਜ਼ਹਾਰੇ ਹੱਕ ਆਪਣੇ ਮਾਲਕੀ ਦੇ ਅਧਿਕਾਰ ਨੂੰ ਜ਼ਾਹਰ ਕਰਨਾ, ਹੱਕ ਦਾ ਪ੍ਰਗਟਾਵਾ ਕਰਨਾ ਆਪਣਾ, ਜੀ, ਉਹਨੂੰ ਕਹਿੰਦੇ ਇਜ਼ਹਾਰੇ ਹੱਕ। ਤੇ ਅਲਵਲੀ ਸਾਹਿਬ ਇੱਕ ਬੜਾ ਲੰਮਾ ਜਿਹਾ ਸੈਂਟੈਂਸ ਹੀ ਬਣ ਜਾਂਦਾ ਸ਼ਬਦਾਂ ਦਾ, ਉਹ ਮੈਨੂੰ ਬੋਲਣ 'ਚ ਵੀ ਥੋੜੀ ਦਿੱਕਤ ਆਉਂਦੀ ਹੋ ਗਈ। ਸ਼ਾਮਲਾਤ ਹਜ਼ਬ ਜਰੇ ਖੇਵਟ। ਇਹ ਹੈ ਉਰਦੂ ਦਾ ਸ਼ਬਦ ਹੈ। ਜੇ ਸਾਂਝੀ ਥਾਂ ਹੁੰਦੀ ਹੈ, ਜੀ, ਜਿਹੜੇ ਪਿੰਡ ਦੇ ਟੋਟਲ ਜ਼ਿਮੀਂਦਾਰ ਖੇਵੜਦਾਰ ਹੁੰਦੇ ਆ, ਉਹਨਾਂ ਦੇ ਅਨੁਪਾਤ ਦੇ ਨਾਲ ਉਹਦੇ ਵਿੱਚ ਹਿੱਸਾ ਕੱਢਿਆ ਜਾਂਦਾ, ਜੀ, ਉਹਨੂੰ ਕਹਿੰਦੇ ਆ ਸ਼ਾਮਲਾਤ ਹਸਬ ਜ਼ਰੇ ਖੇਵਟ। ਵੀ ਜਿੰਨਾ ਉਹਦਾ ਪਿੰਡ ਦੇ ਵਿੱਚ ਮਾਲਕੀ ਦੀ ਜ਼ਮੀਨ ਹੈ, ਸ਼ਾਮਲਾਤ 'ਚ ਵੀ ਉਹਦੇ ਅਨੁਪਾਤ ਨਾਲ ਉਹਨੂੰ ਜ਼ਮੀਨ ਮਿਲਣੀ ਹੈ। ਜੀ। ਤੇ ਅਲਵਲੀ ਸਾਹਿਬ ਸਪੁਰਦਗੀ ਸ਼ਬਦ ਵੀ ਹੈ। ਸਪੁਰਦ ਦਾ ਮਤਲਬ ਤਾਂ ਜਿੱਥੋਂ ਤੱਕ ਮੈਨੂੰ ਪਤਾ ਹੈ ਉਹ ਇਹ ਹੈ ਕਿ ਕਿਸੇ ਦੇ ਹਵਾਲੇ ਕਰ ਦੇਣਾ, ਸਪੁਰਦ ਕਰ ਦੇਣਾ। ਤੇ ਇਹ ਜਿਹੜਾ ਜ਼ਮੀਨ ਜਾਇਦਾਦ ਦੇ ਕੰਮ ਨੇ ਇਹਨਾਂ ਦੇ ਵਿੱਚ ਸਪੁਰਦਗੀ ਦਾ, ਜ਼ਮੀਨ ਜਾਇਦਾਦ ਦੇ ਕੰਮ ਸਪੁਰਦਗੀ ਸ਼ਬਦ ਤਾਂ ਵਰਤਿਆ ਜਾਂਦਾ ਜਦੋਂ ਅਸੀਂ ਕਿਸੇ ਚੱਲ ਜਾਇਦਾਦ ਦੀ ਕੁਰਕੀ ਕਰਦੇ ਹਾਂ, ਉਸ ਨੂੰ ਕਬਜ਼ੇ 'ਚ ਰੱਖਣ ਲਈ ਪਿੰਡ ਦੇ ਨੰਬਰਦਾਰ ਜਾਂ ਸਰਪੰਚ ਜਾਂ ਕਿਸੇ ਹੋਰ ਮੋਤਬਰ ਬੰਦੇ ਨੂੰ ਉਹਦੀ ਸਪੁਰਦਗੀ ਦੇ ਦਿੰਦੇ ਆ। ਜੀ। ਇੱਦਾਂ ਹੀ ਪੁਲਿਸ ਥਾਣਿਆਂ 'ਚ ਵੀ ਕੋਈ ਵਹੀਕਲ ਫੜਿਆ ਜਾਂਦਾ, ਉਹ ਵੀ ਸਪੁਰਦਾਰੀ 'ਤੇ, ਫਿਰ ਉਹਦਾ ਅੱਗੇ ਸ਼ਬਦ ਬਣ ਗਿਆ ਸਪੁਰਦਾਰੀ। ਉਹ ਫਿਰ ਸਪੁਰਦਾਰੀ 'ਤੇ ਛੱਡਿਆ ਜਾਂਦਾ ਵੀ ਭਾਈ ਅਸੀਂ ਛੱਡ ਰਹੇ ਹਾਂ ਪਰ ਜ਼ਿੰਮੇਵਾਰੀ ਤੇਰੀ ਹੋਏਗੀ। ਜੀ। ਉਹ ਤੀਜੇ ਬੰਦੇ ਦੇ ਵਿੱਚ ਜ਼ਿੰਮੇਵਾਰੀ ਪਾ ਕੇ ਉਸ ਚੀਜ਼ ਨੂੰ ਉਹਦੇ ਸਪੁਰਦ ਕਰ ਦਿੰਦੇ। ਜੀ। ਤੇ ਇੱਕ ਮਾਲੀ ਸਾਲ ਹੁੰਦਾ ਹੈ ਜੀ, ਇੱਕ ਜ਼ਰਾਇਤੀ ਸਾਲ ਹੁੰਦਾ ਹੈ। ਇਹਨਾਂ ਦੋਵਾਂ ਦੇ ਵਿੱਚ ਕਿੰਨਾ ਕੁ ਫਰਕ ਹੈ? ਮਾਲੀ ਸਾਲ ਹਿੰਦੁਸਤਾਨ ਦੇ ਵਿੱਚ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਹੁੰਦਾ। ਜੀ। ਅਗਲੇ ਸਾਲ ਦਾ। ਜਿਹੜਾ ਜ਼ਰਾਇਤੀ ਹੈ, ਜ਼ਰਾਇਤੀ ਸਾਲ ਹੁੰਦਾ ਖੇਤੀਬਾੜੀ ਦਾ ਸਾਲ। ਇਹ ਸ਼ੁਰੂ ਹੁੰਦਾ 1 ਅਕਤੂਬਰ ਤੋਂ 30 ਸਤੰਬਰ ਤੱਕ। ਜੀ। ਹਰ ਇੱਕ 1 ਅਕਤੂਬਰ ਨੂੰ ਖੇਤੀਬਾੜੀ ਸਾਲ ਸ਼ੁਰੂ ਹੁੰਦਾ ਤੇ 30 ਸਤੰਬਰ ਤੱਕ ਉਹਦੀ ਅਗਲੇ ਸਾਲ ਤੱਕ ਪੂਰਾ ਸਾਲ ਹੋ ਜਾਂਦਾ। ਤੇ ਸਨਦ ਸ਼ਬਦ ਕੀ ਹੁੰਦਾ ਹੈ ਜੀ? ਸਨਦ ਜਸਟ ਸਰਟੀਫਿਕੇਟ ਜਿਹਨੂੰ ਕਹਿੰਦੇ ਆਪਾਂ, ਕੋਈ ਪ੍ਰਾਪਰਟੀ ਕਿਸੇ ਨੂੰ ਆਕਸ਼ਨ 'ਚ ਲਿੱਤੀ ਜਾਂ ਸਰਕਾਰ ਦੁਆਰਾ ਅਲਾਟ ਕੀਤੀ ਗਈ, ਉਹਨੂੰ ਜਿਹੜਾ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਉਹਦੇ ਉੱਤੇ ਲਿਖਿਆ ਹੁੰਦਾ ਸ਼ਬਦ ਸਨਦ। ਇੱਦਾਂ ਹੀ ਤਕਸੀਮ ਦੇ ਕੇਸਾਂ 'ਚ ਵੀ ਆਪਾਂ ਡਿਸਕਸ ਕੀਤਾ ਸੀਗਾ। ਜੀ। ਜਦੋਂ ਤਕਸੀਮ ਫਾਈਨਲ ਹੋ ਜਾਂਦੀ ਹੈ ਤਾਂ ਉਦੋਂ ਜਿਹੜਾ ਸਰਟੀਫਿਕੇਟ ਬਣਦਾ ਸਨਦ ਤਕਸੀਮ ਕਹਿੰਦੇ ਆ ਉਹਨੂੰ ਵੀ। ਜੀ। ਮਤਲਬ ਇਹ ਸਰਟੀਫਿਕੇਟ ਹੁੰਦਾ ਜਿਹੜਾ ਕਿ ਮਾਲ ਅਧਿਕਾਰੀਆਂ ਵੱਲੋਂ ਤਸਦੀਕ ਕਰਕੇ ਦਿੱਤਾ ਜਾਂਦਾ। ਤੇ ਅਲਵਲੀ ਸਾਹਿਬ ਇੱਕ ਸ਼ਬਦ ਹੋਰ ਆ, ਬੜਾ ਟਿਪੀਕਲ ਜਿਹਾ ਸ਼ਬਦ ਆ, ਉਹ ਹੈ ਸ਼ਜਰਾ ਕਸ਼ਤਵਾਰ ਤੇ ਸ਼ਜਰਾ ਨਸਬ। ਸ਼ਜਰਾ ਕਸ਼ਤਵਾਰ, ਇਹ ਜਿਹੜੀ ਸਾਡੇ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਹਰ ਇੱਕ ਪਿੰਡ ਦੀ ਮਸਾਵੀ ਬਣੀ ਹੋਈ ਹੁੰਦੀ ਹੈ। ਜੀ। ਉਸੇ ਮਸਾਵੀ ਦੀ ਨਕਲ ਕੱਪੜੇ ਦੇ ਉੱਤੇ ਉਤਾਰੀ ਜਾਂਦੀ ਹੈ। ਜੀ। ਜਿਹਨੂੰ ਅਸੀਂ ਅੱਜ ਕੱਲ੍ਹ ਲੱਠਾ ਵੀ ਕਹਿੰਦੇ ਹਾਂ ਜਾਂ ਨਕਸ਼ਾ ਵੀ ਕਹਿੰਦੇ ਹਾਂ, ਵੀ ਪਿੰਡ ਦਾ ਨਕਸ਼ਾ ਜਿਹੜਾ ਹੈਗਾ ਉਹ ਹੁੰਦਾ ਸਜਰਾ ਕਸ਼ਤਵਾਰ। ਸਜਰਾ ਨਿਸ਼ਬ ਜਿਹੜਾ ਹੈਗਾ ਉਹ ਹੈ ਕੁਰਸੀਨਾਮਾ। ਕਿਸੇ ਦੀ ਡੈਥ ਹੋ ਗਈ, ਉਹਦਾ ਇੰਤਕਾਲ ਹੋਣਾ ਤਾਂ ਉਹਦਾ ਵਿਰਾਸਤ ਦੇ ਇੰਤਕਾਲ ਦੇ ਪਿੱਛੇ ਸਜਰਾ ਨਸਬ ਤਿਆਰ ਕੀਤਾ ਜਾਂਦਾ ਹੈ।
ਕਿ ਇਹ ਬੰਦਾ ਮਰ ਗਿਆ, ਇਹਦੇ ਅੱਗੇ ਇਹ ਵਾਰਸ ਹੈ, ਇਹ ਜਿਉਂਦੇ ਹੈ, ਇਹ ਮਰ ਗਏ, ਇਹਦੀਆਂ ਇੰਨੀਆਂ ਕੁੜੀਆਂ, ਇਹਦੇ ਇੰਨੇ ਮੁੰਡੇ ਆ, ਇਹਦੀ ਆਹ ਘਰ ਵਾਲੀ ਹੈ, ਇਹਦੀ ਆਹ ਮਾਂ ਹੈ, ਇਹਦਾ ਪਿਓ ਹੈ, ਸਾਰਿਆਂ ਦਾ ਵੇਰਵਾ ਜਿਹੜਾ ਹੈਗਾ, ਜਿਹਨੂੰ ਆਪਾਂ ਅੱਜ ਕੱਲ੍ਹ ਕੁਰਸੀਨਾਮਾ ਕਹਿੰਦੇ ਆ, ਉਹ ਹੈ। ਇੱਕ ਹਜ਼ਬ ਜ਼ਾਬਤਾ, ਇਹ ਸ਼ਬਦ ਬਾਰੇ ਵੀ ਤੁਸੀਂ ਜ਼ਰੂਰ ਦੱਸ ਦਿਓ ਜੀ, ਬੜਾ ਅਜੀਬ ਜਿਹਾ ਸ਼ਬਦ ਹੈ। ਹਸਬ ਜ਼ਾਬਤਾ ਹੁੰਦਾ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਨੀ। ਹਸਬ ਮੁਤਾਬਕ ਜ਼ਾਬਤਾ ਕਾਨੂੰਨ, ਹਸਬ ਜ਼ਾਬਤਾ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਨੀ ਹੈ, ਉਹਨੂੰ ਕਹਿੰਦੇ ਹਸਬ ਜ਼ਾਬਤਾ ਜੀ। ਤੇ ਇੱਕ ਬੜਾ ਸ਼ਬਦ ਪਹਿਲਾਂ ਵੀ ਅਸੀਂ ਜਦੋਂ ਪ੍ਰੋਗਰਾਮ ਕੀਤੇ ਆ ਤਾਂ ਉਹਦੇ ਵਿੱਚ ਬੜਾ ਚਰਚਾ ਸੀਗੀ, ਹਕੂਕ। ਹਕੂਕ ਕੀ ਹੁੰਦਾ ਹੈ ਤੇ ਹਕੂਕ ਮਾਲੀਅਤ ਕੀ ਹੁੰਦੀ ਹੈ? ਹਕੂਕ ਹੁੰਦਾ ਆਪਣਾ ਮਾਲਕੀ ਦਾ ਹੱਕ। ਹਕੂਕ ਮਾਲੀਅਤ ਹੁੰਦਾ ਹੇਠਾਂ ਲਿਖੇ ਅਨੁਸਾਰ। ਹਕੂਕ ਮਲਕੀਅਤ ਹੁੰਦਾ ਉਹ ਹੇਠਾਂ ਲਿਖੇ ਅਨੁਸਾਰ। ਹਕੂਕ ਹੁੰਦਾ ਹੱਕ, ਠੀਕ ਹੈ। ਹਕੂਕ ਮਾਲਕੀਤੀ ਹੁੰਦਾ ਮਾਲਕੀ ਦਾ ਹੱਕ ਜੀ। ਜਦੋਂ ਅਸੀਂ ਕਿਸੇ ਚੀਜ਼ ਦਾ ਜਮ੍ਹਾਂਬੰਦੀ ਦੇ ਵਿੱਚ ਖਾਨਾ ਨੰਬਰ 3-4 ਦੇ ਵਿੱਚ ਜਿੱਥੇ ਮਾਲਕ ਦਾ ਨਾਮ ਆਉਂਦਾ ਉੱਥੇ ਹੁੰਦਾ ਇਹ ਹਕੂਕ ਮਾਲਕਾਨ ਜੀ। ਤੇ ਨਾਲ ਹੀ ਅਗਲੇ ਸ਼ਬਦ ਉੱਤੇ ਚਰਚਾ ਕਰ ਲੈਂਦੇ ਆ ਜੀ, ਉਹ ਹੁੰਦੀ ਆ ਹੱਦਬੰਦੀ। ਹੱਦਬੰਦੀ ਕੀ ਸ਼ਬਦ ਆ, ਕਿਵੇਂ ਨਿਰਧਾਰਿਤ ਕੀਤੀ ਜਾਂਦੀ ਹੈ, ਇਹਦਾ ਕੀ ਮਕਸਦ ਹੈ? ਹੱਦਬੰਦੀ ਉਦੋਂ ਮੰਨੀ ਜਾਂਦੀ ਹੈ ਜਦੋਂ ਦੋ ਪਿੰਡਾਂ ਦੀ ਸਾਂਝੀ ਵੱਟ ਬਣੇ ਜੀ, ਉਹਨੂੰ ਹੱਦਬੰਦੀ ਕਹਿੰਦੇ ਆ। ਮਤਲਬ ਦੋਨਾਂ ਪਿੰਡਾਂ ਦੀ ਹੱਦ ਜਿਹੜੀ ਹੈ ਉਹਨੂੰ ਹੱਦਬੰਦੀ ਕਿਹਾ ਜਾਂਦਾ। ਤੇ ਕੈਫੀਅਤ? ਕੈਫੀਅਤ ਹੁੰਦਾ ਖਾਨਾ ਅਖੀਰ, ਸਾਰੇ ਜਿੰਨੇ ਵੀ ਫਾਰਮ ਹੁੰਦੇ ਆ ਉਹਦੇ ਅਖੀਰ ਦੇ ਵਿੱਚ ਇੱਕ ਖਾਨਾ ਹੁੰਦਾ ਜਿਹਨੂੰ ਅੱਜ ਕੱਲ੍ਹ ਅਸੀਂ ਕਹਿੰਦੇ ਆ ਵਿਸ਼ੇਸ਼ ਕਥਨ ਜੀ। ਉਦੋਂ ਪਹਿਲਾਂ ਇਹ ਵਰਤਿਆ ਜਾਂਦਾ ਸੀ ਕੈਫੀਅਤ, ਖਾਨਾ ਕੈਫੀਅਤ ਕਹਿੰਦੇ ਸੀ ਉਹਨੂੰ, ਅਤੇ ਅੱਜ ਕੱਲ੍ਹ ਇਹ ਵਰਤਿਆ ਜਾਂਦਾ ਵਿਸ਼ੇਸ਼ ਕਥਨ ਜੀ। ਤੇ ਨਾਲ ਹੀ ਅਲਵਾਲੇ ਸਾਹਿਬ ਕਬਜ਼ਾ ਸ਼ਬਦ ਹੈ। ਕਬਜ਼ਾ ਤਾਂ ਸਭ ਜਾਣਦੇ ਨੇ ਕਿ ਆਪਣਾ ਉਹਦੇ ਉੱਤੇ ਹੱਕ ਕਰ ਲੈਣਾ, ਜਾਂ ਤੁਸੀਂ ਰਜਿਸਟਰੀ ਵਗੈਰਾ ਕਰਵਾ ਲਈ ਹੈ ਤਾਂ ਇੰਤਕਾਲ ਚੜ੍ਹ ਗਿਆ ਤਾਂ ਤੁਹਾਡਾ ਪੂਰੀ ਤਰ੍ਹਾਂ ਦੇ ਨਾਲ ਉਹਦੇ ਉੱਤੇ ਕਾਬਜ਼ ਹੋ ਗਏ, ਕਬਜ਼ਾ ਹੋ ਗਿਆ। ਤੇ ਜਿਹੜੀ ਕਈ ਵਾਰ ਅਜਿਹੇ ਸ਼ਬਦ ਕਬਜ਼ੇ ਦੇ ਨਾਲ ਜੁੜ ਜਾਂਦੇ ਨੇ ਜਿਹੜੇ ਲੋਕਾਂ ਦੇ ਦਿਮਾਗ ਦੇ ਵਿੱਚ ਨਹੀਂ ਪੈਂਦੇ, ਉਹ ਸ਼ਬਦ ਕੁਝ ਅਜਿਹੇ ਨੇ ਜਿਵੇਂ ਕਬਜ਼ਾ ਮਾਲਕਾਨਾ ਹੋ ਗਿਆ ਜੀ, ਕਬਜ਼ਾ ਬਲੀ ਮੁਜਾਹਮਤ ਹੋ ਗਿਆ ਜੀ, ਬਿਲਾ ਮੁਜਾਹਮਤ, ਹਾਂ ਬਿਲਾ ਮੁਜਾਹਮਤ ਹੋ ਗਿਆ ਜੀ। ਦੇਖੋ ਨਾਮ ਇਹੋ ਜਿਹੇ ਨੇ ਕਿ ਸਾਡੇ ਤੋਂ ਵੀ ਨਹੀਂ ਲਏ ਜਾਂਦੇ। ਕਬਜ਼ਾ ਏ ਮੌਰੂਸੀ ਹੋ ਗਿਆ ਜੀ, ਕਬਜ਼ਾ ਏ ਜੁਦਾਗਾਨਾ ਹੋ ਗਿਆ ਜੀ। ਇਹਨਾਂ ਦੇ ਵਿੱਚ ਕੀ ਫਰਕ ਆ, ਕਿੰਨੀ ਕੁ ਪ੍ਰਕਾਰ ਦੇ ਨੇ? ਕਬਜ਼ਾ ਜਿਹੜਾ ਹੈਗਾ ਕਬਜ਼ਾ ਮਾਲਕੀ ਜਿਹੜਾ ਹੈਗਾ, ਪਹਿਲਾਂ ਦੇ ਸ਼ਬਦ ਕਬਜ਼ਾ ਮਾਲਕਾਨਾ ਹੈ। ਕਬਜ਼ਾ ਮਾਲਕੀ ਜਿਹੜਾ ਹੈਗਾ ਜਿੱਥੇ ਮਾਲਕ ਦਾ ਕਬਜ਼ਾ ਹੈਗਾ ਜੀ। ਉਸ ਤੋਂ ਬਾਅਦ ਤੁਸੀਂ ਕਰਤਾ ਕਬਜ਼ਾ ਬਿਲਾ ਮੁਜਾਹਮਤ, ਬਿਨਾ ਝਗੜੇ ਤੋਂ। ਮੁਜਾਹਮਤ ਮੀਨਸ ਝਗੜਾ, ਬਿਲਾ ਮੀਨਸ ਬਿਨਾ, ਬਿਨਾ ਕਿਸੇ ਝਗੜੇ ਤੋਂ ਜਿਹੜਾ ਕਬਜ਼ਾ ਹੋਵੇ ਉਹਨੂੰ ਇਹ ਕਹਿੰਦੇ ਆ। ਉਸ ਤੋਂ ਹੈ ਕਬਜ਼ਾ ਇਹ ਮਰੂਸੀ। ਮਰੂਸੀ ਕਬਜ਼ਾ ਜਿਹੜਾ ਪਿਓ ਦਾਦੇ ਤੋਂ ਲੈ ਕੇ ਜੀ ਚੱਲਿਆ ਆ ਰਿਹਾ ਹੋਵੇ ਜੀ। ਫਿਰ ਹੈ ਕਬਜ਼ਾ ਮਨਸੂਬੀ, ਜਦੋਂ ਤਕਸੀਮ 'ਚ ਵਰਤਿਆ ਜਾਂਦਾ ਸੀਗਾ, ਜਦੋਂ ਖਾਤੇ ਵੱਖ-ਵੱਖ ਕੀਤੇ ਜਾਂਦੇ ਸੀ ਉਦੋਂ ਇਹਨੂੰ ਮੰਨਿਆ ਜਾਂਦਾ ਸੀ ਕਬਜ਼ਾ ਮਨਸੂਬੀ। ਉਸ ਤੋਂ ਬਾਅਦ ਆ ਜਾਂਦਾ ਤੁਹਾਡਾ ਕਬਜ਼ਾ ਜੁਦਾਗਾਨਾ, ਅਲੱਗਾ ਕਰ ਦੇਣਾ ਕਿਸੇ ਚੀਜ਼ ਨੂੰ ਜੀ। ਉੱਥੇ ਹੀ ਉਹੀ ਜਿਹੜੀ ਤਕਸੀਮ ਦਾ ਵੇਰਵਾ ਹੁੰਦਾ ਸੀਗਾ ਉਹਦੇ 'ਚ ਹੀ ਇਹ ਸ਼ਬਦ ਜਿਹੜੇ ਸੀਗੇ ਤਕਸੀਮ ਦੇ ਕੇਸਾਂ 'ਚ ਵਰਤੇ ਜਾਂਦੇ ਸੀ ਜੀ। ਤੇ ਇੱਕ ਬੜੇ ਕਾਮਨ ਜਿਹੇ ਸ਼ਬਦ ਨੇ ਖੇਵਟ ਤੇ ਖਤੌਨੀ। ਇਹਨਾਂ ਦਾ ਵੀ ਕੀ ਮਤਲਬ ਹੁੰਦਾ, ਕੀ ਅਰਥ ਹੁੰਦਾ ਖੇਵਟ ਤੇ ਖਤੌਨੀ ਦਾ? ਜਮ੍ਹਾਂਬੰਦੀ ਦੇ ਵਿੱਚ ਜਿਹੜੇ ਪਹਿਲੇ ਖਾਨੇ ਹੁੰਦੇ ਆ ਉਹਦੇ 'ਚ ਸਭ ਤੋਂ ਪਹਿਲਾਂ ਖੇਵਟ ਨੰਬਰ, ਫਿਰ ਖਤੌਨੀ ਨੰਬਰ। ਖੇਵਟ ਪਿੰਡਵਾਰ ਚੱਲਦੀ ਹੈ ਜਿਹਦੇ 'ਚ ਇੱਕ ਤੋਂ ਲੈ ਕੇ ਜਿੰਨੀਆਂ ਵੀ ਖੇਵਟਾਂ, ਜਿੰਨੇ ਮਾਲਕ ਹੈਗੇ ਆ ਉਹਨਾਂ ਦੀ ਖੇਵਟਾਂ ਬਣਦੀਆਂ ਜੀ। ਉਸ ਦੇ ਅੱਗੇ ਫਿਰ ਜੇ ਵੱਖਰੇ ਵੱਖਰੇ ਕਬਜ਼ੇ ਹੈ, ਇੱਕ ਕਬਜ਼ਾ ਇੱਥੇ ਹੈ, ਇੱਕ ਕਬਜ਼ਾ ਇੱਥੇ ਹੈ, ਉਹਦੀ ਵੱਖਰੀ ਵੱਖਰੀ ਖਤੌਨੀ ਬਣ ਜਾਂਦੀ ਹੈ ਖਸਰਾ ਨੰਬਰਾਂ ਦੀ ਜੀ। ਤੇ ਚੱਕ ਅਕਸਰ ਅਸੀਂ ਜਦੋਂ ਪਾਕਿਸਤਾਨ ਦਾ ਜ਼ਿਕਰ ਕਰਦੇ ਹਾਂ ਤਾਂ ਉਹਦੇ ਵਿੱਚ ਕਈ ਪਿੰਡਾਂ ਦੇ ਨਾਮ ਅਜੇ ਵੀ ਚੱਕ ਹੈ, ਨੰਬਰਾਂ ਦੇ ਹਿਸਾਬ ਨਾਲ ਚੱਕ ਨੇ ਉੱਥੇ ਪਿੰਡ ਜੀ। ਚੱਕ ਹੁੰਦਾ ਹੈ ਇੱਕ ਕਿਸਮ ਦਾ ਜ਼ਮੀਨ ਦਾ ਟੁਕੜਾ ਜੀ।
ਮਤਲਬ ਇਹ ਵੱਡੇ ਪਿੰਡ ਹੁੰਦੇ ਸੀ, ਉਹਨਾਂ ਨੂੰ ਫਿਰ ਚੱਕ ਜ਼ਿਮੀਂਦਾਰਾਂ, ਚੱਕ ਘੁਮਿਆਰਾਂ, ਚੱਕ ਫਲਾਣਾ ਐਦਾਂ ਕਰਕੇ ਵੱਖਰੇ ਵੱਖਰੇ ਨਾਮ ਰੱਖ ਦਿੰਦੇ ਸੀ। ਉਹ ਹੌਲੀ ਹੌਲੀ ਪਾ ਕੇ ਲੋਕਾਂ ਨੇ ਆਪਣੀਆਂ ਜਿਹੜੀਆਂ ਸੀਗੀਆਂ ਰਿਹਾਇਸ਼ਾਂ ਵੀ ਉੱਥੇ ਕਰ ਲਈਆਂ। ਇਸ ਵਾਸਤੇ ਉਹ ਪਿੰਡ ਵੱਖਰਾ ਬਣ ਗਿਆ। ਚੱਕ ਹਕੀਮਾ ਵੱਖਰਾ ਬਣ ਗਿਆ, ਚੱਕ ਦਾਨਿਸ਼ਮੰਦਾਂ ਵੱਖਰਾ ਬਣ ਗਿਆ ਜੀ, ਚੱਕ ਬਾਜ਼ੀਗਰਾਂ ਵੱਖਰਾ ਬਣ ਗਿਆ। ਐਦਾਂ ਇੱਕ ਪਿੰਡ ਦੇ ਕਈ ਹਿੱਸੇ, ਪਿੰਡ ਇੱਕੋ ਹੀ ਹੁੰਦਾ ਸੀ, ਉਹਦੇ ਵੱਖਰੇ ਵੱਖਰੇ ਹਿੱਸੇ ਬਣ ਗਏ। ਹੌਲੀ ਹੌਲੀ ਨਾਲ ਪੈ ਕੇ ਜਦੋਂ ਫਿਰ ਤੁਹਾਡੀ ਕੰਸੋਲੀਡੇਸ਼ਨ ਹੋਈ, ਉਹ ਉਹਨਾਂ ਹੀ ਨਾਵਾਂ ਦੇ ਉੱਤੇ ਪਿੰਡਾਂ ਦੇ ਹੱਦਬਸਤ ਨੰਬਰ ਬਣ ਗਏ, ਉਹ ਵੱਖਰੇ ਪਿੰਡ ਕਾਇਮ ਹੋ ਗਏ ਜੀ। ਤੇ ਸ਼ਬਦ ਹੈ ਜੀ ਜ਼ਰੇ ਰਹਿਣ ਤੇ ਜ਼ਰੇ ਤਹਿਸੀਲ। ਜ਼ਰੇ ਰਹਿਣ ਹੈ ਜਦੋਂ ਅਸੀਂ ਆਪਣੀ ਕੋਈ ਚੀਜ਼ ਗਹਿਣੇ ਕਰਦੇ ਹਾਂ, ਉਹਦੇ ਬਦਲੇ 'ਚ ਜੋ ਕੋਈ ਪੈਸਾ ਲੈਂਦੇ ਹਾਂ ਅਸੀਂ, ਉਹਨੂੰ ਜ਼ਰੇ ਰਹਿਣ ਕਹਿੰਦੇ ਆ ਜੀ। ਉਸ ਤੋਂ ਬਾਅਦ ਤੁਸੀਂ ਕੀਤਾ ਜ਼ਰੇ ਤਹਿਸੀਲ। ਜ਼ਰੇ ਤਹਿਸੀਲ ਇਹ ਹੈ, ਤਹਿਸੀਲ ਦੇ ਵਿੱਚ ਹੁਣ ਤਾਂ ਖੈਰ ਸਰਕਾਰ ਨੇ ਖ਼ਤਮ ਕਰਤਾ, ਮਾਮਲਾ ਲੱਗਦਾ ਹੀ ਨਹੀਂ ਹੈ। ਜਿੰਨਾ ਮਾਮਲਾ ਇਕੱਠਾ ਹੁੰਦਾ ਸੀ ਪੂਰੀ ਤਹਿਸੀਲ ਦਾ, ਉਹਨੂੰ ਜ਼ਰੇ ਤਹਿਸੀਲ ਕਹਿੰਦੇ ਸੀ ਜੀ। ਮੰਨ ਲਓ ਤਹਿਸੀਲ ਦੇ ਵਿੱਚ 200 ਪਿੰਡ ਹੈ, 200 ਪਿੰਡਾਂ ਤੋਂ 1,20,000 ਰੁਪਇਆ ਮਾਮਲੇ ਦਾ ਇਕੱਠਾ ਹੋਇਆ, ਫਿਕਸ ਮਾਲ ਜਿਹੜਾ ਹੁੰਦਾ ਸੀਗਾ, ਉਹਨੂੰ ਜ਼ਰੇ ਮਾਲ ਕਿਹਾ ਜਾਂਦਾ ਜੀ। ਤੇ ਜ਼ਰ ਸ਼ਬਦ ਦਾ ਕੀ ਅਰਥ ਹੈ ਜੀ? ਜ਼ਰ ਤੁਹਾਡੀ ਜ਼ਮੀਨ ਜੀ। ਉਹ ਇੱਕ ਕਹਾਵਤ ਹੈ ਨਾ, ਜਰ ਜੋਰੂ ਔਰ ਜ਼ਮੀਨ, ਠੀਕ ਹੈ ਜੀ। ਜ਼ਰ ਮੈਨੇ ਪੈਸਾ, ਜੋਰੂ ਜਨਾਨੀ, ਜ਼ਮੀਨ ਜੀ। ਇੱਕ ਜਿਵੇਂ ਨਾਮਾ ਕੀਤਾ ਜਾਂਦਾ ਹੈ ਕਿਸੇ ਦਾ, ਇੱਕ ਤਨਬੀਅਤ ਨਾਮਾ ਸ਼ਬਦ ਹੈ। ਤਨਬੀਅਤ ਨਾਮੇ ਦਾ ਕੀ ਅਰਥ ਹੈ ਜੀ? ਤਨਬੀਅਤ ਨਾਮਾ ਇਹ ਫਾਰਸੀ ਦਾ ਸ਼ਬਦ ਹੈ। ਇਸ ਨੂੰ ਅੱਜ ਕੱਲ੍ਹ ਮੁਤਬੰਨਾ ਨਾਮਾ ਕਹਿੰਦੇ ਆ। ਵੈਸੇ ਅੱਜ ਕੱਲ੍ਹ ਇਸ ਨੂੰ ਜ਼ਿਆਦਾ ਮੁਤਬੰਨਾ ਨਾਮਾ ਵੀ ਨਹੀਂ ਕਹਿੰਦਾ, ਗੋਦਨਾਮਾ ਕਿਹਾ ਜਾਂਦਾ ਇਹਨੂੰ ਅੱਜ ਕੱਲ੍ਹ। ਪੰਜਾਬੀ ਦੇ ਵਿੱਚ, ਸ਼ੁੱਧ ਪੰਜਾਬੀ 'ਚ ਗੋਦਨਾਮਾ ਹੁੰਦਾ, ਜਿਹਨੂੰ ਅੰਗਰੇਜ਼ੀ 'ਚ ਆਪਾਂ ਅਡਾਪਸ਼ਨ ਡੀਡ ਕਹਿੰਦੇ ਆ ਜੀ। ਤੇ ਅਲਵਲ ਸਾਹਿਬ, ਸ਼ਬਦ ਬੜੇ ਨੇ, ਦਰਸ਼ਕ ਵੀ ਸਾਡਾ ਪ੍ਰੋਗਰਾਮ ਦੇਖ ਰਹੇ ਨੇ, ਸਾਨੂੰ ਕਾਲ ਵੀ ਕਰ ਸਕਦੇ ਨੇ। ਜਦੋਂ ਪ੍ਰੋਗਰਾਮ ਤੁਸੀਂ ਦੇਖੋਗੇ ਤਾਂ ਆਪਦੇ ਸਵਾਲ ਜ਼ਰੂਰ ਸਾਨੂੰ ਦੱਸਿਓ। ਜੇਕਰ ਤੁਸੀਂ ਵੀ ਕਿਸੇ ਸ਼ਬਦ ਦਾ ਅਰਥ ਨਹੀਂ ਸਮਝ ਸਕੇ, ਦੁਬਾਰਾ ਵੀ ਅਸੀਂ ਅਗਲੇ ਐਪੀਸੋਡ ਦੇ ਵਿੱਚ ਜ਼ਰੂਰ ਦੱਸ ਦਿਆਂਗੇ। ਸ਼ਬਦ ਹੈ ਜੀ ਤਕਾਵੀ ਤੇ ਤਲਫ ਕਰਨਾ। ਤਕਾਵੀ ਇਹ ਹੁੰਦਾ ਜਦੋਂ ਮਾਲ ਵਿਭਾਗ ਵੱਲੋਂ ਖੇਤੀਬਾੜੀ ਦੇ ਲਈ ਛੋਟੇ ਛੋਟੇ ਕਰਜ਼ੇ ਦਿੱਤੇ ਜਾਂਦੇ ਸੀ, ਉਹਨਾਂ ਨੂੰ ਤਕਾਵੀ ਕਰਜ਼ੇ ਕਿਹਾ ਜਾਂਦਾ ਸੀ ਜੀ। ਮਤਲਬ ਸਪਸ਼ਟ ਸ਼ਬਦਾਂ 'ਚ ਖੇਤੀਬਾੜੀ ਲਈ ਕਰਜ਼ਾ ਜਿਹੜਾ ਦਿੱਤਾ ਜਾਂਦਾ ਸੀਗਾ, ਛੋਟੀ ਛੋਟੀ ਅਮਾਊਂਟ ਹੁੰਦੀ ਸੀ। ਕੋਈ ਬੀਜਾਂ ਵਾਸਤੇ ਦੇਤਾ, ਕੋਈ ਖਾਦ ਵਾਸਤੇ ਦੇਤਾ, ਕੋਈ ਖੂਹ ਵਾਸਤੇ ਦੇਤਾ, ਇਹਨਾਂ ਨੂੰ ਤਕਾਵੀ ਕਰਜ਼ੇ ਕਿਹਾ ਜਾਂਦਾ ਸੀਗਾ। ਤਲਫ ਕਰਨਾ ਜਿਹੜਾ ਹੈਗਾ, ਨਸ਼ਟ ਕਰਨਾ। ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਆਮ ਤੌਰ 'ਤੇ ਜਿਹੜੇ ਰਿਕਾਰਡ ਹੈਗੇ ਆ, ਉਹਨਾਂ ਨੂੰ ਜਿਹੜੇ ਅਸੀਂ ਸੂਚੀਬੱਧ ਕਰਕੇ ਨਹੀਂ ਰੱਖ ਸਕਦੇ, ਉਹਨਾਂ ਨੂੰ 12 ਸਾਲ ਬਾਅਦ ਨਸ਼ਟ ਕਰ ਦਿੱਤਾ ਜਾਂਦਾ ਹੈ। ਉਹ ਸ਼ਬਦ ਹੈ ਤਲਫ ਕਰਨਾ ਜੀ। ਇੱਦਾਂ ਹੀ ਇਹਦੇ ਨਾਲ ਜੁੜਦਾ ਸ਼ਬਦ ਹੈ ਤਲਬ ਕਰਨਾ ਜੀ। ਤਲਬ ਕਰਨਾ, ਕਿਸੇ ਨੂੰ ਸੰਮਨ ਭੇਜ ਕੇ ਬੁਲਾਉਣਾ ਜੀ। ਸ਼ਬਦ ਆ ਜਾਂਦੇ ਨੇ ਜੀ ਇਹਦੇ ਨਾਲ ਜੁੜੇ ਹੋਏ, ਇੱਕ ਤਫਸੀਲ ਤੇ ਦੂਜਾ ਆ ਜਾਂਦਾ ਜੀ ਤਰਮੀਮ। ਤਫਸੀਲ ਤਾਂ ਹੈਗਾ ਕਿਸੇ ਚੀਜ਼ ਦੇ ਵਿੱਚ ਵੇਰਵਾ ਕਿਸੇ ਚੀਜ਼ ਦਾ ਦੇਣਾ, ਜਿਹਨੂੰ ਆਪਾਂ ਕਹਿੰਦੇ ਨਾ ਸ਼ਡਿਊਲਡ ਆਫ ਪ੍ਰੋਪਰਟੀਜ਼। ਉਹ ਹੁਣ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਉਹਨੂੰ ਜਾਇਦਾਦ ਦਾ ਵੇਰਵਾ। ਉਦੋਂ ਕਹਿੰਦੇ ਸੀ ਤਫਸੀਲ ਜ਼ਮੀਨ। ਜੋ ਜਾਇਦਾਦ ਦਾ ਵੇਰਵਾ ਹੁੰਦਾ, ਜੇ ਕਿਸੇ ਵੀ ਚੀਜ਼ ਦਾ ਵੇਰਵਾ ਦੇਣਾ, ਅਗਰ ਉਹਨੂੰ ਡਿਟੇਲ 'ਚ ਦੇਣਾ ਤਾਂ ਉਹਨੂੰ ਤਫਸੀਲ ਕਿਹਾ ਜਾਂਦਾ ਸੀਗਾ ਜੀ। ਤਰਮੀਮ ਹੁੰਦਾ ਕਿਸੇ ਚੀਜ਼ 'ਚ ਸੋਧ ਕਰਨੀ। ਮੰਨ ਲਓ ਕੋਈ ਡਾਕੂਮੈਂਟ ਜਾਰੀ ਹੋ ਗਿਆ ਜੀ, ਤਹਿਸੀਲਦਾਰ ਵੱਲੋਂ, ਨਾਇਬ ਤਹਿਸੀਲਦਾਰ ਵੱਲੋਂ, SDM ਵੱਲੋਂ, ਉਹਦੇ 'ਚ ਕੋਈ ਗਲਤੀ ਰਹਿ ਗਈ ਤਾਂ ਉਹਨੂੰ ਜਦੋਂ ਅਸੀਂ ਐਪਲੀਕੇਸ਼ਨ ਦੇ ਕੇ ਸੋਧ ਕਰਾਉਣੀ ਆ ਉਹਦੇ 'ਚ, ਉਦੋਂ ਉਹਨੂੰ ਤਰਮੀਮ ਕਿਹਾ ਜਾਂਦਾ ਸੀ ਜੀ। ਹੁਣ ਉਹ ਸ਼ਬਦ ਹੈਗਾ ਸੋਧ ਕਰਾਉਣਾ।
ਸੋਲੇਵਾਲ ਸਾਹਿਬ, ਤੁਸੀਂ ਦੱਸ ਹੀ ਦਿੱਤਾ ਹੈ ਕਿ ਜਿਹੜੇ ਸ਼ਬਦ ਹੁੰਦੇ ਨੇ ਉਰਦੂ ਫਾਰਸੀ ਦੇ ਸ਼ਬਦ ਹੁੰਦੇ ਨੇ ਤੇ ਕਾਫੀ ਇਹਨਾਂ ਦੇ ਜਿਹੜੇ ਅਰਥ ਨੇ ਉਹ ਕਰਨੇ ਮੁਸ਼ਕਲ ਹੋ ਜਾਂਦੇ ਨੇ। ਉਮੀਦ ਹੈ ਕਿ ਇਸ ਪ੍ਰੋਗਰਾਮ ਨੂੰ ਦੇਖਣ ਤੋਂ ਬਾਅਦ ਜਿਹੜੇ ਦਰਸ਼ਕ ਨੇ ਇਹਨਾਂ ਸ਼ਬਦਾਂ ਦੇ ਅਰਥ ਆਸਾਨੀ ਨਾਲ ਸਮਝ ਸਕਣਗੇ ਤੇ ਉਹਨਾਂ ਨੂੰ ਅਪਲਾਈ ਵੀ ਕਰ ਸਕਣਗੇ। ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਦਰਸ਼ਕੋ, ਅਗਲੇ ਐਪੀਸੋਡ ਦੇ ਵਿੱਚ ਇਸੇ ਪ੍ਰਕਾਰ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ। ਜਾਣਕਾਰੀ ਹੋਏਗੀ ਜ਼ਮੀਨ ਜਾਇਦਾਦ ਦੇ ਨਾਲ ਜੁੜੀ ਹੋਈ, ਜਾਇਦਾਦ ਦੇ ਕਾਨੂੰਨ ਦੇ ਨਾਲ ਜੁੜੀ ਹੋਈ। ਸੋ ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।